ਹੈਲੋ ਮਾਈ ਡੀਅਰ ਫਰੈਂਡਸ, ਮੈਂ ਤੁਹਾਡਾ ਦੋਸਤ ਕਮਲਦੀਪ ਇੱਕ ਵਾਰ ਫਿਰ ਤੋਂ ਲੈ ਕੇ ਹਾਜ਼ਰ ਹਾਂ ਕੋਡਿੰਗ ਡੀਕੋਡਿੰਗ ਦਾ ਅਗਲਾ ਪੋਰਸ਼ਨ ਡਾਇਰੈਕਟ ਲੈਟਰ ਕੋਡਿੰਗ। ਇਨ direct letter coding system, the code letter occur in the same sequence as the corresponding letter occur in the words. This is basically a direct substitution method. ਮਤਲਬ ਕਿ ਜਦੋਂ ਅਸੀਂ ਇਸ ਦੀ ਗੱਲ ਕਰਦੇ ਹਾਂ ਕਿ ਇਸ ਦੇ ਵਿੱਚ ਜਿਹੜੇ ਹਨ ਲੈਟਰ ਦੇ ਕੋਡ ਹੁੰਦੇ ਹਨ, ਸ਼ਬਦ ਦੇ ਕੋਡ ਹੁੰਦੇ ਹਨ, ਉਹ ਸੇਮ ਰਹਿੰਦੇ ਹਨ ਜਿਵੇਂ ਕਿ ਸਾਨੂੰ ਕੁਐਸਚਨ ਦੇ ਵਿੱਚ ਦਿੱਤੇ ਹੋਏ ਹੁੰਦੇ ਹਨ। ਅਸੀਂ ਸਿਰਫ ਉਸ ਦੇ ਵਿੱਚੋਂ ਕੁਐਸਚਨ ਦੇ ਵਿੱਚੋਂ ਲੈਟਰ ਦੇ ਅਕੋਰਡਿੰਗ ਅਲਫਾਬੈਟ ਦੇ ਅਕੋਰਡਿੰਗ ਕੋਡ ਜੋ ਹੈ ਉਹ ਦੇਖਣਾ ਹੁੰਦਾ ਹੈ ਅਤੇ ਆਨਸਰ ਦੇ ਵਿੱਚ ਫਿਲ ਕਰ ਦੇਣਾ ਹੁੰਦਾ ਹੈ। ਇਸ ਨੂੰ ਆਪਾਂ ਇੱਕ ਐਗਜ਼ਾਮਪਲ ਦੇ ਨਾਲ ਸਮਝਦੇ ਹਾਂ। In a certain code system, sheep is written as GAXXR and bleed as HPXTN. How can slate be written? ਕਿਸੇ ਨਿਸ਼ਚਿਤ ਕੋਡਿੰਗ ਸਿਸਟਮ ਦੇ ਵਿੱਚ ਸਾਡੇ ਕੋਲ ਜੋ ਹੈ ਸ਼ੀਪ ਨੂੰ ਅਸੀਂ GAXXR ਅਤੇ ਬਲੀਡ ਨੂੰ HPXTN ਲਿਖਦੇ ਹਾਂ। ਤਾਂ ਹੁਣ ਅਸੀਂ ਸਲੇਟ ਨੂੰ ਕਿਵੇਂ ਲਿਖਾਂਗੇ? ਤਾਂ ਇਸ ਨੂੰ ਸਮਝਣ ਦੇ ਲਈ ਸਭ ਤੋਂ ਪਹਿਲਾਂ ਅਸੀਂ ਜੋ ਸ਼ੀਪ ਹੈ ਉਸ ਦੇ ਕੋਰਸਪੋਂਡਿੰਗ ਜੋ ਸਾਡੇ ਕੋਲ ਕੋਡ ਹਨ ਉਹ ਲਿਖਦੇ ਹਾਂ। ਤਾਂ ਐਸ ਦੇ ਕੋਰਸਪੋਂਡਿੰਗ G, H ਦੇ ਕੋਰਸਪੋਂਡਿੰਗ A, E ਦੇ ਕੋਰਸਪੋਂਡਿੰਗ X ਅਤੇ P ਦੇ ਕੋਰਸਪੋਂਡਿੰਗ R। ਹੁਣ ਬਲੀਡ ਦੇ ਕੋਰਸਪੋਂਡਿੰਗ ਅਸੀਂ ਜਦੋਂ ਦੇਖਦੇ ਹਾਂ ਤਾਂ B ਦੇ ਕੋਰਸਪੋਂਡਿੰਗ ਸਾਡੇ ਕੋਲ H, L ਦੇ ਕੋਰਸਪੋਂਡਿੰਗ P, E ਦੇ ਕੋਰਸਪੋਂਡਿੰਗ X, A ਦੇ T ਅਤੇ T ਦੇ N। ਹੁਣ ਸਲੇਟ ਦਾ ਪਤਾ ਕਰਨਾ ਹੈ। ਜਦੋਂ ਅਸੀਂ ਕੋਰਸਪੋਂਡਿੰਗ ਦੇਖਦੇ ਹਾਂ ਤਾਂ ਐਸ ਦੇ ਕੋਰਸਪੋਂਡਿੰਗ ਹੈ ਸਾਡੇ ਕੋਲ G, L ਦੇ ਕੋਰਸਪੋਂਡਿੰਗ ਸਾਡੇ ਕੋਲ P, A ਦੇ ਕੋਰਸਪੋਂਡਿੰਗ ਜੋ ਹੈ ਸਾਡੇ ਕੋਲ T ਦੇ ਕੋਰਸਪੋਂਡਿੰਗ ਸਾਡੇ ਕੋਲ N ਅਤੇ E ਦੇ ਕੋਰਸਪੋਂਡਿੰਗ ਸਾਡੇ ਕੋਲ X। ਇਸ ਤਰ੍ਹਾਂ ਸਾਡੇ ਕੋਲ ਜੋ ਸਲੇਟ ਹੈ ਉਸ ਦਾ ਜੋ ਕੋਡ ਹੈ ਉਹ ਆ ਜਾਏਗਾ GPTNX। ਜਦੋਂ ਅਸੀਂ ਦੇਖਦੇ ਹਾਂ ਤਾਂ ਸਾਡੇ ਕੋਲ A ਆਪਸ਼ਨ ਜੋ ਹੈ। ਹੁਣ ਅਸੀਂ ਕਰਾਂਗੇ ਨੰਬਰ ਔਰ ਸਿੰਬਲ ਕੋਡਿੰਗ। ਇਨ ਦਿਸ ਟਾਈਪ ਆਫ ਕੁਐਸਚਨਸ either numerical code value are given or a alphabet code are given to a number। ਇਸ ਕਿਸਮ ਦੇ ਪ੍ਰਸ਼ਨਾਂ ਦੇ ਵਿੱਚ ਜਾਂ ਤਾਂ ਸੰਖਿਆਤਮਕ ਕੋਡ ਦੇ ਮੁੱਲ ਇੱਕ ਸ਼ਬਦ ਨੂੰ ਨਿਰਧਾਰਿਤ ਕੀਤਾ ਜਾਂਦਾ ਹੈ ਜਾਂ ਵਰਣਮਾਲਾ ਕੋਡ, ਮਤਲਬ ਜਾਂ ਤਾਂ ਜੋ ਸਾਡੇ ਕੋਲ ਸ਼ਬਦ ਹੁੰਦੇ ਹਨ ਉਸ ਦਾ ਇੱਕ ਕੋਡ ਸ਼ਬਦਾਂ ਵਿੱਚ ਹੀ ਹੁੰਦਾ ਹੈ ਜਾਂ ਅੰਕਾਂ ਦੇ ਵਿੱਚ ਹੁੰਦਾ ਹੈ। ਕਿਵੇਂ? ਇਸ ਨੂੰ ਅਸੀਂ ਉਦਾਹਰਨ ਦੇ ਤੌਰ 'ਤੇ ਸਮਝਦੇ ਹਾਂ। ਬੈਂਕ ਇਜ਼ ਰਿਟਨ ਐਜ਼ 2152। ਤਾਂ ਅਸੀਂ SBI ਨੂੰ ਕਿਵੇਂ ਲਿਖਾਂਗੇ? ਇਫ ਬੈਂਕ ਇਜ਼ ਕੋਡਡ ਐਜ਼ 2152, what is the code for SBI? ਤਾਂ ਹੁਣ ਬੈਂਕ ਜਦੋਂ ਅਸੀਂ ਸਭ ਤੋਂ ਪਹਿਲਾਂ ਕੋਡਿੰਗ ਡੀਕੋਡਿੰਗ ਦੇ ਟੌਪਿਕ ਨੂੰ ਸਟਾਰਟ ਕੀਤਾ ਸੀ ਤਾਂ ਅਸੀਂ ਲਿਖਿਆ ਸੀ ਕਿ ਅਸੀਂ ਜੋ ਅਲਫਾਬੈਟਸ ਹਨ ਇੰਗਲਿਸ਼ ਦੇ ਉਸ ਨੂੰ ਇੱਕ ਆਰਡਰ ਦੇ ਵਿੱਚ ਲਿਖਣਾ ਹੈ। ਯਾਨੀ ਕਿ A ਨੂੰ ਅਸੀਂ 1, B ਨੂੰ 2 ਇਸ ਤਰ੍ਹਾਂ ਲਿਖਿਆ ਸੀ। ਤਾਂ ਉਸ ਦੇ ਵਿੱਚ ਅਸੀਂ ਦੇਖਦੇ ਹਾਂ ਕਿ B ਸਾਡੇ ਕੋਲ ਸੈਕਿੰਡ ਨੰਬਰ 'ਤੇ ਆਉਂਦਾ ਹੈ, A ਫਸਟ ਨੰਬਰ 'ਤੇ, N ਸਾਡੇ ਕੋਲ 14 ਨੰਬਰ 'ਤੇ ਅਤੇ K ਜੋ ਸਾਡੇ ਕੋਲ ਹੈ 11 ਨੰਬਰ 'ਤੇ। ਹੁਣ ਜਦੋਂ ਅਸੀਂ ਜੋ ਸਾਡੇ ਕੋਲ ਕੋਡ ਦਿੱਤੇ ਹਨ ਉਸ ਨਾਲ ਮੈਚ ਕਰਕੇ ਦੇਖਿਆ ਤਾਂ ਅਸੀਂ ਦੇਖਦੇ ਹਾਂ ਕਿ 2 ਉਸੇ ਤਰ੍ਹਾਂ ਆ ਗਿਆ, A ਦੀ ਜਗ੍ਹਾ 'ਤੇ 1 ਉਸੇ ਤਰ੍ਹਾਂ ਆ ਗਿਆ, 1 4 ਦੀ ਜਗ੍ਹਾ 'ਤੇ 5 ਆਇਆ। ਜੇਕਰ ਅਸੀਂ ਦੇਖੀਏ ਜੀ 1 ਅਤੇ 4 ਦਾ ਪਲੱਸ ਕਰੀਏ ਤਾਂ 5 ਆ ਜਾਂਦਾ। ਇਸੇ ਤਰ੍ਹਾਂ 1 + 1 ਕਰੀਏ ਉਹ 2 ਆ ਜਾਂਦਾ। ਇਟ ਮੀਨਸ ਜੋ ਸਾਡੇ ਕੋਲ ਨੰਬਰਸ ਹਨ ਉਹਨਾਂ ਦੇ ਅਲਫਾਬੈਟਸ ਹਨ ਉਹਨਾਂ ਦੇ ਕੋਰਸਪੋਂਡਿੰਗ ਕੋਡਸ ਹਨ ਉਹਨਾਂ ਦਾ ਅਸੀਂ ਪਲੱਸ ਕਰਨਾ ਹੈ। ਤਾਂ ਹੁਣ SBI ਦੇ ਵਿੱਚ S ਦਾ ਕੋਡ ਸਾਡੇ ਕੋਲ 19, B ਦਾ 2, I ਦਾ 9। 19 1 + 9 ਯਾਨੀ ਕਿ 10 2 9। ਹੁਣ 10 ਦੇ ਵਿੱਚ ਜੋ ਸਾਡੇ ਕੋਲ ਡਿਜਿਟਸ ਹਨ ਉਹਨਾਂ ਦਾ ਪਲੱਸ ਕੀਤਾ ਤਾਂ ਸਾਡੇ ਕੋਲ ਜੋ ਆਨਸਰ ਆ ਜਾਏਗਾ ਉਹ ਆ ਜਾਏਗਾ 129। ਇਸ ਤਰ੍ਹਾਂ ਅਸੀਂ ਇਸ ਤਰ੍ਹਾਂ ਦੇ ਕੋਡ ਦੇ ਸਮ ਜੋ ਹਨ ਉਹ ਸੋਲਵ ਕਰ ਸਕਦੇ ਹਾਂ। ਅਗਲਾ ਕੁਐਸਚਨ, ਇਫ ਪੇਂਟ ਇਜ਼ ਕੋਡਡ ਐਜ਼ 74128 and Excel is coded as 93596, then how would you encode accept? ਤਾਂ ਪਿਆਰੇ ਬੱਚੋ ਉਸੇ ਤਰ੍ਹਾਂ ਅਸੀਂ ਇਸ ਨੂੰ ਹੱਲ ਕਰਨਾ ਹੈ। ਤਾਂ ਪੇਂਟ ਜੋ ਹੈ ਇਸ ਦੇ ਕੋਰਸਪੋਂਡਿੰਗ ਜੋ ਸਾਨੂੰ ਕੋਡ ਦਿੱਤੇ ਹਨ ਅਸੀਂ ਉਹ ਲਿਖ ਲਵਾਂਗੇ।
P ਦੇ ਕੋਰਸਪੋਂਡਿੰਗ ਜੋ ਸਾਨੂੰ ਕੋਡ ਦਿੱਤਾ ਹੋਇਆ ਹੈ ਉਹ ਸਾਡੇ ਕੋਲ ਹੈ 7, A ਦੇ ਕੋਰਸਪੋਂਡਿੰਗ ਸਾਡੇ ਕੋਲ ਹੈ 4, I ਦੇ ਕੋਰਸਪੋਂਡਿੰਗ ਸਾਡੇ ਕੋਲ ਹੈ 1, N ਦੇ ਕੋਰਸਪੋਂਡਿੰਗ ਸਾਡੇ ਕੋਲ ਹੈ 2 ਅਤੇ T ਦੇ ਕੋਰਸਪੋਂਡਿੰਗ ਸਾਡੇ ਕੋਲ ਹੈ 8। ਇਸੇ ਤਰ੍ਹਾਂ ਜਦੋਂ ਅਸੀਂ ਐਕਸਲ ਦੇ ਕੋਡ ਦੇਖਦੇ ਹਾਂ ਤਾਂ E ਦੇ ਕੋਰਸਪੋਂਡਿੰਗ 9, X ਦੇ ਕੋਰਸਪੋਂਡਿੰਗ 3, C ਦੇ ਕੋਰਸਪੋਂਡਿੰਗ 5, E ਦੇ ਕੋਰਸਪੋਂਡਿੰਗ 9 ਅਤੇ L ਦੇ ਕੋਰਸਪੋਂਡਿੰਗ 6। ਹੁਣ ਜਦੋਂ ਅਸੀਂ ਇਹਨਾਂ ਦੋਨਾਂ ਦੇ ਵਿੱਚੋਂ ਕੋਡ ਫਾਈਂਡ ਆਊਟ ਕਰਦੇ ਹਾਂ ਤਾਂ A ਦਾ ਕੋਡ ਜੋ ਸਾਨੂੰ ਫਾਈਂਡ ਆਊਟ ਹੁੰਦਾ ਹੈ ਉਹ ਹੁੰਦਾ ਹੈ 4। C ਦਾ ਕੋਡ ਸਾਡੇ ਕੋਲ ਹੁੰਦਾ ਹੈ 5। ਜਦੋਂ ਅਸੀਂ E ਦਾ ਕੋਡ ਦੇਖਦੇ ਹਾਂ 9, P ਦਾ ਕੋਡ ਜਦੋਂ ਅਸੀਂ ਦੇਖਦੇ ਹਾਂ ਉਹ ਆ ਜਾਂਦਾ ਹੈ ਸਾਡੇ ਕੋਲ 7 ਅਤੇ T ਦਾ ਕੋਡ ਸਾਡੇ ਕੋਲ ਆ ਜਾਂਦਾ ਹੈ 8। ਇਸ ਤਰ੍ਹਾਂ ਅਸੀਂ ਜੋ ਹੈ ਇਸ ਤਰ੍ਹਾਂ ਦੇ ਸਮ ਜਿਸ ਦੇ ਵਿੱਚ ਸਾਡੇ ਕੋਲ ਜੋ ਟਰਮਸ ਹਨ ਜਾਂ ਵਰਡਸ ਹਨ ਉਹਨਾਂ ਨੂੰ ਇੱਕ ਸਪੈਸੀਫਿਕ ਕੋਡ ਦਿੱਤੇ ਹੋਏ ਹਨ ਉਹ ਹੱਲ ਕਰ ਸਕਦੇ ਹਾਂ। ਪਿਆਰੇ ਬੱਚੋ, ਹੁਣ ਆਪਾਂ ਕਰਦੇ ਹਾਂ ਸਾਡੀ ਸ਼ੀਟ ਨੰਬਰ 1 ਦਾ ਸੋਲੂਸ਼ਨ। ਇਨ ਏ ਸਰਟਨ ਕੋਡ ਲੈਂਗੁਏਜ picture is written as QHDSVQF. How the word browser will be written in the same code. ਇੱਕ ਖਾਸ ਕੋਡ ਦੇ ਵਿੱਚ ਜਿਹੜੀ ਪਿਕਚਰ ਹੈ ਉਸਦੇ ਕੋਡ ਲਿਖੇ ਹੋਏ ਹਨ ਤਾਂ ਅਸੀਂ ਜੋ ਬਰਾਊਜ਼ਰ ਹੈ ਉਸਦੇ ਕੋਡ ਪਤਾ ਕਰਨੇ ਹਨ। ਸਭ ਤੋਂ ਪਹਿਲਾਂ ਜੋ ਪਿਕਚਰ ਹੈ ਉਸ ਦਾ ਜੋ ਕੋਡ ਹੈ ਉਸ ਨਾਲ ਰਿਲੇਸ਼ਨ ਜੋ ਹੈ ਉਹ ਅਸੀਂ ਪਤਾ ਕਰਾਂਗੇ। ਉਹ ਪਤਾ ਕਰਨ ਦੇ ਲਈ ਅਸੀਂ ਦੋਨਾਂ ਨੂੰ ਪੈਰਲਲ ਜੋ ਹੈ ਲਿਖ ਲਵਾਂਗੇ। ਪੈਰਲਲ ਲਿਖਣ ਤੋਂ ਬਾਅਦ ਅਸੀਂ ਦੇਖਦੇ ਹਾਂ ਕਿ ਸਾਡੇ ਕੋਲ ਜੋ ਪਹਿਲਾ ਸਾਡੇ ਕੋਲ ਲੈਟਰ ਹੈ ਅਲਫਾਬੈਟ ਹੈ ਉਹ ਹੈ P। ਉਸ ਦਾ ਕੋਰਸਪੋਂਡਿੰਗ ਜਦੋਂ ਅਸੀਂ ਦੇਖਦੇ ਹਾਂ ਕੋਡ ਉਹ Q ਹੈ ਤਾਂ P ਤੋਂ ਨੈਕਸਟ ਜਿਹੜਾ ਅਲਫਾਬੈਟ ਹੁੰਦਾ ਹੈ Q ਹੁੰਦਾ ਹੈ। ਇਟ ਮੀਨ ਨੈਕਸਟ ਜੋ ਅਲਫਾਬੈਟ ਹੈ ਉਹ ਹੈ। I ਦਾ ਜਦੋਂ ਅਸੀਂ ਦੇਖਦੇ ਹਾਂ ਤਾਂ H ਹੈ ਤਾਂ ਇੱਥੇ ਅਸੀਂ ਦੇਖਦੇ ਹਾਂ ਕਿ H ਜੋ ਹੈ ਉਹ I ਤੋਂ ਪਹਿਲਾਂ ਆ ਜਾਂਦਾ ਹੈ, ਯਾਨੀ ਕਿ P ਦੇ ਸਮੇਂ +1 ਹੁੰਦਾ ਹੈ ਅਤੇ I ਦੇ ਸਮੇਂ -1 ਹੁੰਦਾ ਹੈ। ਇਸੇ ਤਰ੍ਹਾਂ C ਤੋਂ ਜਿਹੜਾ ਹੈ ਕੋਡ ਬਣ ਜਾਂਦਾ ਹੈ D, ਯਾਨੀ ਕਿ +1 ਹੋ ਜਾਂਦਾ ਹੈਗਾ। T ਤੋਂ S ਹੋ ਜਾਂਦਾ ਯਾਨੀ ਕਿ -1 ਹੋ ਜਾਂਦਾ, ਯਾਨੀ ਕਿ ਸਾਡਾ ਕੋਡ ਜਿਹੜਾ ਹੈ ਉਹ +1 -1 +1 -1 ਇਸ ਸੀਕੁਐਂਸ ਦੇ ਵਿੱਚ ਚੱਲ ਰਿਹਾ ਹੈ। ਤਾਂ ਹੁਣ ਜਦੋਂ ਬਰਾਊਜ਼ਰ ਦਾ ਵੀ ਅਸੀਂ ਕੋਡ ਪਤਾ ਕਰਨਾ ਗਾ ਤਾਂ ਉਸਦੇ ਲਈ ਵੀ ਅਸੀਂ +1 -1 ਜਿਹੜਾ ਹੈ ਉਹੀ ਸੀਕੁਐਂਸ ਫੋਲੋ ਕਰਾਂਗੇ। ਤਾਂ ਇਹ ਸੀਕੁਐਂਸ ਜਦੋਂ ਅਸੀਂ ਫੋਲੋ ਕਰਦੇ ਹਾਂ B ਦਾ ਜਿਹੜਾ ਹੈ ਉਹ C ਬਣ ਜਾਂਦਾ ਹੈ, R ਦਾ Q, O ਦਾ ਜੋ ਸਾਡੇ ਕੋਲ ਹੈ P, ਜੋ ਸਾਡੇ ਕੋਲ W ਹੈ ਉਸ ਦਾ B, S ਦਾ T, E ਤੋਂ ਪਹਿਲਾਂ ਜਿਹੜਾ ਸੀ D ਆਏਗਾ ਅਤੇ R ਤੋਂ ਬਾਅਦ S। ਇਸ ਤਰ੍ਹਾਂ ਅਸੀਂ ਬਰਾਊਜ਼ਰ ਜੋ ਹੈ ਉਸ ਦਾ ਕੋਰਸਪੋਂਡਿੰਗ ਕੋਡ ਜੋ ਹੈ ਪਤਾ ਕਰ ਸਕਦੇ ਹਾਂ। ਇਸ ਤੋਂ ਬਾਅਦ ਸਾਡੇ ਕੋਲ ਆ ਜਾਂਦਾ ਹੈ ਨੈਕਸਟ ਕੁਐਸਚਨ। ਇਫ ਕੋਰਸ ਇਜ਼ ਰਿਟਨ ਐਜ਼ FRXUVH, ਹਾਊ ਰੇਸ ਇਜ਼ ਰਿਟਨ ਇਨ ਦੈਟ ਕੋਡ। ਜੇ ਕਿਸੇ ਕੋਡ ਦੇ ਵਿੱਚ ਕੋਰਸ ਨੂੰ FRXUVH ਲਿਖਿਆ ਜਾਂਦਾ ਹੈ ਤਾਂ ਰੇਸ ਜਿਹੜਾ ਹੈ ਇਸ ਨੂੰ ਕਿਵੇਂ ਲਿਖਿਆ ਜਾਵੇਗਾ। ਤਾਂ ਸਭ ਤੋਂ ਪਹਿਲਾਂ ਅਸੀਂ ਉਸੇ ਤਰ੍ਹਾਂ ਜੋ ਸਾਡੇ ਕੋਲ ਦਿੱਤਾ ਹੋਇਆ ਵਰਡ ਹੈ ਕੋਰਸ ਉਸ ਦੇ ਕੋਰਸਪੋਂਡਿੰਗ ਅਸੀਂ ਕੋਡ ਲਿਖ ਲਵਾਂਗੇ ਪੈਰਲਲ ਦੇ ਵਿੱਚ ਅਤੇ ਇਹਨਾਂ ਦੇ ਵਿੱਚ ਰਿਲੇਸ਼ਨ ਪਤਾ ਕਰਾਂਗੇ। ਜਦੋਂ ਅਸੀਂ ਰਿਲੇਸ਼ਨ ਪਤਾ ਕਰਦੇ ਹਾਂ ਤਾਂ ਅਸੀਂ ਦੇਖਦੇ ਹਾਂ C ਅਤੇ F ਦੇ ਵਿਚਕਾਰ ਕੀ ਰਿਲੇਸ਼ਨ ਹੈ। ਤਾਂ ਅਸੀਂ ਦੇਖਦੇ ਹਾਂ ਕਿ 3 ਜੋ ਲੈਟਰ ਹਨ ਅਲਫਾਬੈਟ ਹਨ ਉਹਨਾਂ ਨੂੰ ਛੱਡ ਕੇ F ਆ ਜਾਂਦਾ ਹੈ, ਯਾਨੀ ਕਿ 2 ਛੱਡ ਕੇ ਤੀਸਰਾ। ਤਾਂ ਇਟ ਮੀਨਸ C ਤੋਂ ਬਾਅਦ F +3, O ਤੋਂ ਬਾਅਦ R +3। ਇਸ ਤਰ੍ਹਾਂ ਸਾਡੇ ਕੋਲ ਜੋ ਸਾਰੇ ਹੀ ਲੈਟਰਸ ਹਨ ਅਲਫਾਬੈਟਸ ਹਨ ਉਹ +3 ਨਾਲ ਆਏ ਨੇ। ਇਸੇ ਤਰ੍ਹਾਂ ਹੁਣ ਜਿਹੜਾ ਰੇਸ ਸੀ ਉਸ ਦੇ ਵਿੱਚ ਵੀ ਸਾਡੇ ਕੋਲ ਜੋ ਸੀਕੁਐਂਸ ਯੂਜ਼ ਹੋਏਗਾ ਉਹ +3 ਵਾਲਾ ਸੀਕੁਐਂਸ ਜੋ ਹੈ ਉਹ ਯੂਜ਼ ਹੋਏਗਾ। ਤਾਂ R ਤੋਂ ਬਾਅਦ +3 ਦੇ ਵਿੱਚ ਸਾਡੇ ਕੋਲ ਆ ਜਾਂਦਾ ਹੈ U, A ਤੋਂ ਬਾਅਦ D, C ਤੋਂ ਬਾਅਦ F ਅਤੇ E ਤੋਂ ਬਾਅਦ H। ਇਸ ਤਰ੍ਹਾਂ ਸਾਡੇ ਕੋਲ ਆਨਸਰ ਆ ਜਾਂਦਾ ਹੈ UDFH। ਹੁਣ ਅਸੀਂ ਕਰਦੇ ਹਾਂ ਸਾਡਾ ਕੁਐਸਚਨ ਨੰਬਰ 3। If in a certain language champion is written as SCMAIPNO, how can we write negative? ਤਾਂ ਇਸ ਦੇ ਵਿੱਚ ਅਸੀਂ ਸਭ ਤੋਂ ਪਹਿਲਾਂ ਉਸੇ ਤਰ੍ਹਾਂ ਦੋਨੇ ਜੋ ਕੋਡ ਅਤੇ ਡੀਕੋਡ ਹੋਈ ਲੈਂਗੁਏਜ ਹੈ ਦੋਨਾਂ ਨੂੰ ਪੈਰਲਲ ਲਾਈਨ ਦੇ ਵਿੱਚ ਰੱਖਾਂਗੇ ਅਤੇ ਇਹਨਾਂ ਦੇ ਵਿੱਚ ਰਿਲੇਸ਼ਨ ਪਤਾ ਕਰਨ ਦੀ ਕੋਸ਼ਿਸ਼ ਕਰਾਂਗੇ। ਜਦੋਂ ਅਸੀਂ C ਅਤੇ H ਨੂੰ ਦੇਖਦੇ ਹਾਂ ਤਾਂ ਅਤੇ H ਅਤੇ C ਨੂੰ ਦੇਖਦੇ ਹਾਂ ਤਾਂ ਕਾਫੀ ਜ਼ਿਆਦਾ ਵੱਡਾ ਡਿਫਰੈਂਸ ਸੀ। ਤਾਂ ਹੁਣ ਅਸੀਂ ਇਸ ਨੂੰ ਜਿਹੜਾ ਹੈ
ਕਿਸੇ ਹੋਰ ਵੇ ਦੇ ਨਾਲ ਸੋਲਵ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਜਦੋਂ ਅਸੀਂ ਦੇਖਦੇ ਹਾਂ ਕਿ ਇਹ ਪੇਅਰਸ ਦੇ ਵਿੱਚ ਅਲਟਰਨੇਟ ਹੋਏ ਹੋਏ ਨੇਗੇ, ਇੱਕ ਦੂਜੇ ਨਾਲ ਐਕਸਚੇਂਜ ਹੋਏ ਹੋਏ ਨੇਗੇ, ਤਾਂ ਸੀ ਜੋ ਹੈ ਫਸਟ ਪੋਜੀਸ਼ਨ ਸੀ ਉਹ ਸੈਕਿੰਡ ਤੇ ਆ ਜਾਂਦਾ ਹੈ, ਐਚ ਸੈਕਿੰਡ ਪੋਜੀਸ਼ਨ ਸੀ ਉਹ ਫਸਟ ਤੇ ਆ ਜਾਂਦਾ ਹੈ। ਇਸੇ ਤਰ੍ਹਾਂ ਅਗਲੇ ਪੇਅਰ ਦੇ ਵਿੱਚ ਵੀ ਇਸੇ ਤਰ੍ਹਾਂ ਹੀ ਹੁੰਦਾ ਹੈ, ਏ ਜੋ ਫਸਟ ਤੇ ਸੀ ਉਹ ਸੈਕਿੰਡ ਤੇ ਚਲਾ ਜਾਂਦਾ ਹੈ, ਐਮ ਜੋ ਸੈਕਿੰਡ ਤੇ ਸੀ ਉਹ ਫਸਟ ਤੇ ਚਲਾ ਜਾਂਦਾ ਹੈ। ਇਟ ਮੀਨ ਇਹ ਪੇਅਰਸ ਦੇ ਵਿੱਚ ਐਕਸਚੇਂਜ ਹੋਏ ਹੋਏ ਨੇ। ਜਦੋਂ ਅਸੀਂ ਆਨਸਰ ਦੀ ਗੱਲ ਕਰਾਂਗੇ ਤਾਂ ਨੈਗੇਟਿਵ ਦਾ ਵੀ ਇਸੇ ਤਰ੍ਹਾਂ ਕਰਾਂਗੇ। ਤਾਂ ਨੈਗੇਟਿਵ ਦੇ ਵਿੱਚ ਐਨ ਜੋ ਹੈ ਸਾਡੇ ਕੋਲ ਸੈਕਿੰਡ ਨੰਬਰ ਤੇ ਚਲਾ ਜਾਏਗਾ ਅਤੇ ਈ ਫਸਟ ਨੰਬਰ ਤੇ ਆ ਜਾਏਗਾ। ਉਸ ਤੋਂ ਬਾਅਦ ਜੋ ਏ ਹੈ ਸਾਡੇ ਕੋਲ ਥਰਡ ਨੰਬਰ ਤੇ, ਜੀ ਫੋਰਥ ਤੇ, ਆਈ ਫਿਫਥ ਤੇ ਅਤੇ ਟੀ ਜੋ ਹੈ ਸਾਡੇ ਕੋਲ ਉਹ ਸਿਕਸ ਤੇ ਆ ਜਾਏਗਾ। ਇਸੇ ਤਰ੍ਹਾਂ ਈ ਜੋ ਹੈ ਉਹ ਸਾਡੇ ਕੋਲ ਆ ਜਾਏਗਾ 7 ਤੇ ਅਤੇ ਵੀ ਜੋ ਸਾਡੇ ਕੋਲ ਹੈ 8 ਤੇ ਆ ਜਾਏਗਾ। ਇਸ ਤਰ੍ਹਾਂ ਅਸੀਂ ਜੋ ਸਾਡੇ ਇਸ ਸਮ ਨੂੰ ਹੈ ਸੋਲਵ ਕਰ ਸਕਦੇ ਹਾਂ। ਹੁਣ ਅਸੀਂ ਕਰਦੇ ਹਾਂ ਸਾਡਾ ਕੁਐਸਚਨ ਨੰਬਰ 4। ਇਨ ਏ ਸਰਟਨ ਲੈਂਗੁਏਜ ਗੈਂਬਲ ਇਜ਼ ਰਿਟਨ ਐਜ਼ FBLCKF, ਹਾਊ ਕੈਨ ਵੀ ਰਾਈਟ ਫਲਾਵਰ। ਤਾਂ ਅਸੀਂ ਫਲਾਵਰ ਨੂੰ ਕਿਵੇਂ ਲਿਖ ਸਕਦੇ ਹਾਂ? ਤਾਂ ਫਿਰ ਤੋਂ ਉਸੇ ਤਰ੍ਹਾਂ ਜੋ ਗੈਂਬਲ ਹੈ ਉਸ ਨੂੰ ਲਿਖ ਲਿਆ ਅਤੇ ਉਸਦੇ ਪੈਰਲਲ ਜੋ ਹੈ ਅਸੀਂ ਲਿਖ ਲਿਆ ਹੈ FBLCKF। ਹੁਣ ਅਸੀਂ ਇਹਨਾਂ ਵਿੱਚ ਰਿਲੇਸ਼ਨ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਜੀ ਤੋਂ ਪਹਿਲਾਂ ਐਫ ਆਉਂਦਾ ਹੈ ਜਾਨੀ ਕਿ -1 ਹੋਇਆ, ਏ ਤੋਂ ਬਾਅਦ ਬੀ ਆਉਂਦਾ ਹੈ ਜਾਨੀ ਕਿ +1 ਹੋਇਆ। ਤਾਂ ਇਸ ਤਰ੍ਹਾਂ ਸਾਡਾ ਸੀਕੁਐਂਸ ਜੋ ਆ ਜਾਏਗਾ ਉਹ -1 +1 -1 +1 ਆ ਜਾਏਗਾ। ਤਾਂ ਫਲਾਵਰ ਵਿੱਚ ਵੀ ਅਸੀਂ ਇਹੀ ਸੀਕੁਐਂਸ ਲਗਾਵਾਂਗੇ ਜਾਨੀ ਕਿ ਪਹਿਲਾਂ ਇੱਕ ਅਲਫਾਬੈਟ ਪਹਿਲਾਂ ਫਿਰ ਇੱਕ ਅਲਫਾਬੈਟ ਅਗਲਾ। ਤਾਂ ਐਫ ਤੋਂ ਬਾਅਦ ਈ, ਐਫ ਤੋਂ ਪਹਿਲਾਂ ਈ, ਐਲ ਤੋਂ ਬਾਅਦ ਐਮ, ਓ ਤੋਂ ਪਹਿਲਾਂ ਐਨ ਅਤੇ ਡਬਲਯੂ ਤੋਂ ਬਾਅਦ ਐਕਸ, ਈ ਤੋਂ ਪਹਿਲਾਂ ਡੀ ਅਤੇ ਆਰ ਤੋਂ ਬਾਅਦ ਐਸ। ਇਸ ਤਰ੍ਹਾਂ ਅਸੀਂ ਇਸ ਦਾ ਆਨਸਰ ਜੋ ਹੈ ਪਤਾ ਕਰ ਸਕਦੇ ਹਾਂ। ਹੁਣ ਅਸੀਂ ਕਰਦੇ ਹਾਂ ਕੁਐਸਚਨ ਨੰਬਰ 5। ਇਫ FULFNHW ਇਜ਼ ਕੋਡਡ ਫॉर ਕ੍ਰਿਕਟ, EULGH ਵਿਲ ਬੀ ਕੋਡਡ ਐਜ਼। ਤਾਂ ਹੁਣ ਇਸ ਦੇ ਲਈ ਵੀ ਅਸੀਂ ਕੀ ਕਰਾਂਗੇ, ਰਿਲੇਸ਼ਨ ਜੋ ਹੈ ਇਹਨਾਂ ਦਾ ਆਪਸ ਵਿੱਚ ਪਤਾ ਕਰਾਂਗੇ। ਤਾਂ ਉਸੇ ਤਰ੍ਹਾਂ ਜੋ ਸਾਡੇ ਕੋਲ ਦਿੱਤਾ ਹੈ ਕੋਡ ਹੈ ਅਤੇ ਜੋ ਸਾਡੇ ਕੋਲ ਵਰਡ ਹੈ ਕ੍ਰਿਕਟ, ਇਹਨਾਂ ਨੂੰ ਅਸੀਂ ਪੈਰਲਲ ਜੋ ਹਨ ਲਿਖ ਲਵਾਂਗੇ। ਲਿਖਣ ਤੋਂ ਬਾਅਦ ਅਸੀਂ ਇਹਨਾਂ ਦੇ ਵਿਚਕਾਰ ਜੋ ਰਿਲੇਸ਼ਨ ਹੈ ਉਹ ਪਤਾ ਕਰਨ ਦੀ ਕੋਸ਼ਿਸ਼ ਕਰਦੇ ਹਾਂ। ਤਾਂ ਐਫ ਤੋਂ 3 ਡਿਜਿਟ ਪਹਿਲਾਂ ਜੋ ਹੈ ਸੀ ਲੈਟਰ ਪਹਿਲਾਂ ਸੀ ਆਏਗਾ। ਇਸੇ ਤਰ੍ਹਾਂ ਯੂ ਤੋਂ ਵੀ 3 ਲੈਟਰ ਪਹਿਲਾਂ ਜੋ ਹੈ ਉਹ ਆਰ ਆਏਗਾ। ਇਟ ਮੀਨਸ ਇਸ ਦੇ ਵਿੱਚ ਜੋ ਸੀਕੁਐਂਸ ਯੂਜ਼ ਹੁੰਦਾ ਹੈ ਉਹ -3 ਦਾ ਯੂਜ਼ ਹੁੰਦਾ ਹੈ। ਤਾਂ ਹੁਣ ਈ ਤੋਂ -3 ਪਹਿਲਾਂ, ਯੂ ਤੋਂ -3 ਪਹਿਲਾਂ, ਜੀ ਤੋਂ ਐਲ ਤੋਂ, ਇਸ ਤਰ੍ਹਾਂ ਅਸੀਂ ਪਤਾ ਕਰਾਂਗੇ। ਤਾਂ ਸਾਡੇ ਕੋਲ ਜੋ ਆਨਸਰ ਆ ਜਾਏਗਾ ਉਹ ਆ ਜਾਏਗਾ ਬ੍ਰਾਈਟ। ਈ ਤੋਂ 3 ਅਲਫਾਬੈਟ ਪਹਿਲਾਂ ਬੀ, ਯੂ ਤੋਂ 3 ਪਹਿਲਾਂ ਆਰ, ਐਲ ਤੋਂ 3 ਪਹਿਲਾਂ ਜਿਹੜਾ ਸੀ ਆਈ, ਜੀ ਤੋਂ 3 ਪਹਿਲਾਂ ਡੀ, ਐਚ ਤੋਂ 3 ਪਹਿਲਾਂ ਈ। ਇਸ ਤਰ੍ਹਾਂ ਪਿਆਰੇ ਬੱਚੋ ਅਸੀਂ ਸਾਡੇ ਕੁਐਸਚਨ ਜੋ ਸਨ ਉਸ ਨੂੰ ਸੋਲਵ ਕਰ ਸਕਦੇ ਹਾਂ। ਉਮੀਦ ਆ ਕਿ ਸਾਰੇ ਬੱਚਿਆਂ ਨੂੰ ਜਿਹੜੇ ਕੱਲ੍ਹ ਵਾਲੇ ਕੁਐਸਚਨ ਸੀ ਸਮਝ ਆਏ ਹੋਣਗੇ ਅਤੇ ਮੋਸਟਲੀ ਬੱਚਿਆਂ ਦੇ ਇਹ ਕੁਐਸਚਨ ਸਹੀ ਹੋਣਗੇ। ਜੇਕਰ ਕਿਸੇ ਨੂੰ ਵੀ ਕੋਈ ਦਿੱਕਤ ਹੈ ਇਸ ਦੇ ਵਿੱਚ ਤਾਂ ਆਪਣੇ ਅਧਿਆਪਕ ਸਾਹਿਬਾਨ ਤੋਂ ਪੁੱਛ ਸਕਦੇ ਹੋ ਅਤੇ ਜਾਂ ਮੈਨੂੰ ਵੀ ਤੁਸੀਂ ਮੈਸੇਜ ਕਰ ਸਕਦੇ ਹੋ। ਅੱਜ ਫਿਰ ਮੈਂ ਤੁਹਾਡੇ ਲਈ ਜੋ ਕੱਲ੍ਹ ਵਾਲੇ ਕੁਐਸਚਨ ਸਨ ਉਹਨਾਂ ਦੀ ਜੋ ਵੀਡੀਓ ਹੈ ਆਨਸਰਸ ਦੀ ਉਹ ਭੇਜ ਰਿਹਾ ਹਾਂ। ਇਸ ਦੇ ਨਾਲ ਦੀ ਨਾਲ ਜੋ ਅੱਜ ਆਪਾਂ ਟੌਪਿਕ ਕੀਤੇ ਹਨ ਉਸ ਦੇ ਵੀ ਮੈਂ ਤੁਹਾਡੇ ਕੋਲ ਕੁਐਸਚਨਸ ਭੇਜ ਰਿਹਾ ਹਾਂ। ਆਸ ਹੈ ਕਿ ਤੁਸੀਂ ਇਸ ਨੂੰ ਧਿਆਨ ਨਾਲ ਕਰੋਗੇ। ਕੱਲ੍ਹ ਫਿਰ ਮਿਲਾਂਗੇ, ਤਦ ਤੱਕ ਲਈ ਸਾਰਿਆਂ ਨੂੰ ਮੇਰੇ ਵੱਲੋਂ ਸਤਿ ਸ਼੍ਰੀ ਅਕਾਲ।